ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਲ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ, ਸੋ ਮਨਦੀਪ ਜੀ, ਅੱਜ ਪੂਰੇ ਕੈਨੇਡਾ ਦੇ ਵਿੱਚ ਮੂਲ ਨਿਵਾਸੀਆਂ ਦੇ ਵਾਸਤੇ ਦਿਨ ਮਨਾਇਆ ਜਾ ਰਿਹਾ ਹੈ। ਜਿਹੜੇ ਪੀੜਤ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸਟੇਟਮੈਂਟ ਜਾਰੀ ਕੀਤੀ ਗਈ ਹੈ। ਸਭ ਤੋਂ ਪਹਿਲਾਂ ਇਹੀ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਇਹ ਦਿਨ ਕਿਉਂ ਮਨਾਇਆ ਜਾ ਰਿਹਾ ਹੈ। ਜਿਹੜੀ ਇਸ ਚੀਜ਼ ਨੂੰ, ਕਿਸ ਚੀਜ਼ ਨੂੰ ਮੇਨ ਹਾਈਲਾਈਟ ਅੱਜ ਦੇ ਦਿਨ ਕੀਤਾ ਜਾ ਰਿਹਾ ਹੈ। ਬਿਲਕੁਲ ਜੀ, ਕਿਉਂਕਿ ਕੈਨੇਡਾ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਇਸ ਤਰੀਕੇ ਨਾਲ 30 ਸਤੰਬਰ ਨੂੰ ਜਿਹੜਾ ਵਾ ਮੂਲ ਨਿਵਾਸੀ ਭਾਈਚਾਰੇ ਨੂੰ ਸਮਰਪਿਤ ਕੀਤਾ ਜਾ ਰਿਹਾ ਔਰ ਨੈਸ਼ਨਲ ਡੇ ਫॉर ਟਰੁੱਥ ਜਿਹੜਾ ਇਹਦਾ ਨਾਮ ਰੱਖਿਆ ਗਿਆ। ਇਹਨੂੰ ਇਸ ਕਰਕੇ ਰੱਖਿਆ ਗਿਆ ਕਿਉਂਕਿ ਜੋ ਬੀਤੇ ਸਮੇਂ ਦੇ ਵਿੱਚ ਮੂਲ ਨਿਵਾਸੀ ਭਾਈਚਾਰੇ ਨਾਲ ਜੋ ਉਹਨਾਂ ਤੇ ਜ਼ੁਲਮ ਹੋਇਆ, ਜੋ ਉਹਨਾਂ ਨਾਲ ਵਿਤਕਰਾ ਹੋਇਆ ਔਰ ਖਾਸ ਕਰਕੇ ਜਿਹੜੇ ਰੈਸੀਡੈਂਟਲ ਸਕੂਲ ਆ, ਕਿਉਂਕਿ ਚੋਣਾਂ ਤੋਂ ਕੁਝ ਕੁ ਮਹੀਨੇ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਪਹਿਲਾਂ ਕੈਮਲੂਪਸ ਤੇ ਜਿਹੜੇ ਇੱਥੇ ਰੈਸੀਡੈਂਟਲ ਸਕੂਲ ਹੁੰਦਾ ਸੀਗਾ, ਉਹਦੇ ਤੋਂ ਜਦੋਂ ਬੇਨਾਮ ਕਬਰਾਂ ਮਿਲੀਆਂ, ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਫਿਰ ਸਸਕੈਚੁਅਨ ਤੇ ਫਿਰ BC ਦੇ ਹੋਰ ਇਲਾਕਿਆਂ ਵਿੱਚ ਵੀ ਇਸ ਤਰੀਕੇ ਦੀਆਂ ਕਬਰਾਂ ਮਿਲੀਆਂ ਤਾਂ ਇੱਕ ਵਾਰੀ ਫਿਰ ਜਿਹੜੇ ਜ਼ਖਮ ਸੀ ਉਹ ਤਾਜ਼ਾ ਹੋ ਗਏ। ਔਰ ਹਾਲਾਂਕਿ ਪਹਿਲਾਂ ਵੀ ਚਰਚਾ ਇਹਦੀ ਚੱਲਦੀ ਰਹਿੰਦੀ ਆ। ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਵੀ ਸਬਮਿਟ ਕੀਤੀ ਗਈ ਆ ਜਿਸ 'ਚ ਮੰਨਿਆ ਗਿਆ ਕਿ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਮੂਲ ਨਿਵਾਸੀ ਭਾਈਚਾਰਾ ਸੀ ਔਰ ਬੱਚੇ 4 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਬੱਚੇ ਜਿਹੜੇ ਆ ਇਹਨਾਂ ਸਕੂਲਾਂ ਵਿੱਚ ਰੱਖੇ ਜਾਂਦੇ ਸੀਗੇ ਔਰ ਰੱਖੇ ਇਸ ਨਾਮ ਤੇ ਜਾਂਦੇ ਸੀ ਕਿ ਉਹਨਾਂ ਨੂੰ ਜਿਹੜਾ ਪੜ੍ਹਾਇਆ ਜਾਵੇਗਾ, ਐਜੂਕੇਟ ਕੀਤਾ ਜਾਵੇਗਾ ਔਰ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ ਉਹ ਨਿਖਾਰੀ ਜਾਵੇਗੀ। ਪਰ ਇਸ ਤੋਂ ਬਾਅਦ ਉਹਨਾਂ ਨਾਲ ਉਲਟਾ ਹੋਇਆ ਔਰ ਉੱਥੇ ਉਹਨਾਂ ਦਾ ਇੱਕ ਹਿਸਾਬ ਨਾਲ ਮੰਨਿਆ ਜਾਂਦਾ ਹੈ ਕਿ ਨਸਲਕੁਸ਼ੀ ਜਿਹੜੀ ਸੀ ਉਹ ਕੀਤੀ ਗਈ ਤੇ ਹਜ਼ਾਰਾਂ ਦੇ ਹਿਸਾਬ ਨਾਲ ਬੱਚਿਆਂ ਨੇ ਜਿਹੜੀਆਂ ਮੌਤਾਂ ਹੋਈਆਂ ਇਹਨਾਂ ਸਕੂਲਾਂ ਦੇ ਵਿੱਚ। ਸੋ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਵਾ ਲਗਾਤਾਰ ਇਹ ਮਾਮਲਾ ਚੱਲਦਾ ਆ ਰਿਹਾ। ਹਾਲਾਂਕਿ ਕਾਫੀ ਲੋਚਨਾ ਤੋਂ ਬਾਅਦ ਇਹ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਇਸ ਕਰਕੇ ਮਾਮਲਾ ਫਿਰ ਸਾਹਮਣੇ ਆ ਗਿਆ ਜਦੋਂ ਇਹ ਬੇਨਾਮ ਕਬਰਾਂ ਜਿਹੜੀਆਂ ਮਿਲੀਆਂ। ਤੇ ਵੈਸੇ ਵੀ ਇਸ ਸੰਬੰਧੀ ਚਰਚਾ ਜਿਹੜੀ ਆ ਕੈਨੇਡਾ ਦੇ ਵਿੱਚ ਚੱਲਦੀ ਰਹਿੰਦੀ ਆ। ਸੋ ਕੈਨੇਡਾ ਤੇ ਇਤਿਹਾਸ ਤੇ ਇਹਨੂੰ ਮੰਨਿਆ ਜਾਂਦਾ ਕਿ ਇੱਕ ਕਲੰਕ ਵਾਂਗੂ ਇਹ ਘਟਨਾਵਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਸੋ ਮੂਲ ਨਿਵਾਸੀ ਭਾਈਚਾਰੇ ਨੂੰ ਸਮਰਪਿਤ ਇਹ ਦਿਨ ਜਿਹੜਾ ਹੁਣ 30 ਸਤੰਬਰ ਰੱਖਿਆ ਗਿਆ ਵਾ, ਜਿਹਦੇ ਤੇ ਪੂਰੇ ਮੁਲਕ ਦੇ ਵਿੱਚ ਛੁੱਟੀ ਕੀਤੀ ਗਈ ਔਰ ਬੀਤੀ ਦੇਰ ਰਾਤ ਜਿਹੜਾ ਸੀ ਪਾਰਲੀਮੈਂਟ ਹਿੱਲ ਕੈਨੇਡੀਅਨ ਪਾਰਲੀਮੈਂਟ ਦੇ ਬਾਹਰ ਵੀ ਜਿਹੜਾ ਸੀ ਇੱਕ ਸੈਰੇਮਨੀ ਕੀਤੀ ਗਈ, ਸਮਾਗਮ ਕੀਤਾ ਗਿਆ ਜਿੱਥੇ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਹੋਏ, ਮੂਲ ਨਿਵਾਸੀ ਭਾਈਚਾਰੇ ਦੇ ਕਈ ਲੀਡਰ ਸ਼ਾਮਲ ਹੋਏ ਅਤੇ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋ ਇਸ ਵਿਤਕਰੇ ਦੌਰਾਨ ਪ੍ਰਭਾਵਿਤ ਹੋਏ, ਆਪਣੀਆਂ ਜਾਨਾਂ ਗਵਾ ਗਏ। ਸੋ ਇਸੇ ਤਰੀਕੇ ਨਾਲ ਜਿਹੜੇ ਅੱਜ ਜਸਟਿਨ ਟਰੂਡੋ ਆ ਉਹ ਆਪਣੇ ਪਰਿਵਾਰ ਸਮੇਤ ਜਿਹੜੇ ਆ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਤੇ ਸਥਿਤ ਇੱਕ ਸ਼ਹਿਰ ਟੋਫੀਨੋ ਵਿੱਚ ਆ ਰਹੇ ਨੇ। ਉੱਥੇ ਵੀ ਕੁਝ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਏ ਸੀ, ਉੱਥੇ ਉਹ ਮੂਲ ਨਿਵਾਸੀ ਭਾਈਚਾਰੇ ਨੂੰ ਮਿਲਣਗੇ। ਸੋ ਚੋਣਾਂ ਤੋਂ ਬਾਅਦ ਜਸਟਿਨ ਟਰੂਡੋ ਦਾ ਇਹ BC ਦਾ ਪਹਿਲਾ ਦੌਰਾ ਆ। ਹਾਲਾਂਕਿ ਹਲੇ ਥੋੜਾ ਹੀ ਸਮਾਂ ਹੋਇਆ, 10 ਦਿਨ ਵੀ ਨਹੀਂ ਹੋਏ, ਨਵੀਂ ਸਰਕਾਰ ਹਲੇ ਫਾਰਮ ਨਹੀਂ ਹੋਈ ਆ, ਪਰ ਇਸ ਦਿਹਾੜੀ ਨੂੰ ਮਨਾਉਣ ਲਈ ਜਿਹੜਾ ਉਹ ਇੱਥੇ ਪਹੁੰਚੇ ਨੇ। ਔਰ ਜਦੋਂ ਇਹ ਕਬਰਾਂ ਸਾਹਮਣੇ ਆਈਆਂ ਸੀ, ਬੇਨਾਮ ਕਬਰਾਂ, ਹਾਲਾਂਕਿ ਅੱਜ ਜਾਣਕਾਰੀ ਸਾਹਮਣੇ ਆਈ ਹੈ ਕਿ ਸਸਕੈਚੁਅਨ ਤੋਂ ਜਿਹੜੀਆਂ 751 ਕਬਰਾਂ ਮਿਲੀਆਂ ਸੀ ਉਹਦੇ ਚੋਂ 250-300 ਦੇ ਜਿਹੜੀ ਪਛਾਣ ਆ ਉਹ ਹੁਣ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਉੱਤੇ ਨਿਰੰਤਰ ਜਿਹੜਾ ਉਹ ਰਿਸਰਚ ਦਾ ਖੋਜ ਦਾ ਕੰਮ ਉੱਥੇ ਚੱਲ ਰਿਹਾ ਸੀ, ਜਾਂਚ ਦਾ ਕੰਮ ਚੱਲ ਰਿਹਾ ਸੀਗਾ। ਸੋ ਕੁਝ ਇੱਕ ਪਛਾਣ ਜਿਹੜੀ ਜਾਰੀ ਕਰ ਦਿੱਤੀ ਗਈ ਆ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਕੈਨੇਡਾ ਦਾ ਝੰਡਾ ਆ ਉਹ ਅੱਜ ਤੱਕ ਝੁਕਿਆ ਹੋਇਆ ਵਾ ਔਰ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤਾਂ ਉਹ ਇਹ ਝੰਡੇ ਜਿਹੜੇ ਉਹ ਝੁਕਾਈ ਰੱਖਣਗੇ। ਸੋ ਹੱਲੇ ਤੱਕ ਵੀ ਇਹ ਝੰਡੇ ਝੁਕੇ ਹੋਏ ਨੇ। ਸੋ ਅੱਜ ਦਾ ਪੂਰਾ ਦਿਨ ਜਿਹੜਾ ਵਾ ਲੋਕਾਂ ਨੇ ਔਰੰਜ ਟੀ-ਸ਼ਰਟ ਪਹਿਨੀ ਹੋਈ ਸੀਗੀ ਔਰ ਇਸ ਤੋਂ ਇਲਾਵਾ ਬੀਤੀ ਦੇਰ ਰਾਤ ਵੀ ਇਮਾਰਤਾਂ ਉੱਤੇ ਜਿਹੜੀ ਔਰੰਜ ਰੌਸ਼ਨੀ ਜਿਹੜੀ ਉਹ ਕੀਤੀ ਗਈ। ਸੋ ਇਸ ਤਰੀਕੇ ਨਾਲ ਇਹ ਦਿਨ ਮੂਲ ਨਿਵਾਸੀ ਭਾਈਚਾਰੇ ਨੂੰ ਸਮਰਪਿਤ ਕੀਤਾ ਗਿਆ। ਜੀ, ਸੋ ਮਨਦੀਪ ਜੀ, ਇੱਕ ਖਬਰ ਹੋਰ ਸਾਹਮਣੇ ਆਈ ਹੈ। ਐਲਬਰਟਾ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਇਸ ਸਿਲਸਿਲੇ ਦੇ ਵਿੱਚ ਜਗਮੀਤ ਸਿੰਘ ਵੱਲੋਂ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਦੇ ਵਿੱਚ ਜਗਮੀਤ ਸਿੰਘ ਨੇ ਕੀ ਜ਼ਿਕਰ ਕੀਤਾ ਹੈ, ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਇਸ ਚਿੱਠੀ ਦੇ ਰਾਹੀਂ? ਜੀ ਬਿਲਕੁਲ, ਕਿਉਂਕਿ ਇਸ ਵਕਤ ਸਭ ਦੀਆਂ ਨਜ਼ਰਾਂ ਅਲਬਰਟਾ ਤੇ ਟਿਕੀਆਂ ਹੋਈਆਂ ਨੇ। ਉੱਥੇ ਜਿਹੜੇ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਨੇ, ਲਗਾਤਾਰ ਮੌਤ ਦਰ ਵੀ ਜਿਹੜੀ ਆ ਉੱਥੇ ਵੱਧ ਰਹੀ ਆ, ਕੋਵਿਡ ਦੇ ਕੇਸ ਵੀ ਵੱਧ ਰਹੇ ਨੇ ਔਰ ਸਭ ਤੋਂ ਜੇ ਇਸ ਵਕਤ ਜਿਹੜੀ ਖਤਰਨਾਕ ਗੱਲ ਇਹ ਆ ਕਿ ਜਿਹੜਾ ਉੱਥੇ ਦਾ ਹੈਲਥ ਸਿਸਟਮ ਆ ਉਹ ਕਹਿੰਦੇ ਵੀ ਕਲੈਪਸ ਹੋਣ ਦੇ ਕੰਢੇ ਪਹੁੰਚ ਸਕਦਾ ਜੇਕਰ ਇਸੇ ਤਰੀਕੇ ਨਾਲ ਇਹ ਜਿਹੜੀਆਂ ਕੋਵਿਡ ਦੇ ਕੇਸ ਵੱਧਦੇ ਰਹੇ। ਸੋ ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਹੈ ਜੈਸਨ ਕੈਨੀ,
ਉਹ ਨਾ ਤਾਂ ਡਾਕਟਰਾਂ ਦੀ ਸੁਣ ਰਹੇ ਨੇ, ਨਾ ਉਹ ਸਿਹਤ ਮਾਹਰਾਂ ਦੀ ਸੁਣ ਰਹੇ ਨੇ। ਉਹ ਜਿਹੜੇ ਜੋ ਪਾਬੰਦੀਆਂ ਇਸ ਵਕਤ ਲਾਉਣੀਆਂ ਚਾਹੀਦੀਆਂ ਨੇ, ਜਿਹੜਾ ਸਰਕਟ ਬ੍ਰੇਕਰ ਲਾਕਡਾਊਨ ਦੀ ਮੰਗ ਕੀਤੀ ਜਾ ਰਹੀ ਹੈ, ਜੋ ਉਹ ਲੱਗਣਾ ਚਾਹੀਦਾ ਕਹਿੰਦੇ, ਉਹ ਜਿਹੜਾ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਹਾਲਾਤ ਇਸ ਵਕਤ ਬੇਕਾਬੂ ਹੋ ਰਹੇ ਨੇ। ਕਹਿੰਦੇ ਵੀ ਇਹਦੀ ਕੋਸਟ ਲੋਕਾਂ ਨੂੰ ਚੁਕਾਉਣੀ ਪੈ ਸਕਦੀ ਆ। ਜੇਕਰ ਇਸ ਬਿਮਾਰੀ ਦੇ ਮਾਮਲੇ ਵੱਧਦੇ ਨੇ ਤਾਂ ਲੋਕਾਂ ਦੀਆਂ ਮੌਤਾਂ ਹੋਣਗੀਆਂ, ਮੌਤਾਂ 'ਚ ਵਾਧਾ ਹੋਵੇਗਾ। ਸੋ ਉਹਨਾਂ ਨੇ ਜਸਟਿਨ ਟਰੂਡੋ ਨੂੰ ਅਤੇ ਜਿਹੜੇ ਸਿਹਤ ਮੰਤਰੀ ਆ, ਫੈਡਰਲ ਸਿਹਤ ਮੰਤਰੀ, ਉਹਨਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਦਖਲ ਦੇਣ, ਕਿਉਂਕਿ ਜਿਹੜੇ ਜੈਸਨ ਕੈਨੀ ਆ, ਕਹਿੰਦੇ ਵੀ ਉਹਨਾਂ ਨੇ ਜੋ ਆਸੇ-ਪਾਸੇ ਦੇ ਸੂਬੇ ਸੀਗੇ, ਜਿਵੇਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਪ੍ਰੀਮੀਅਰ ਨੇ ਆਫਰ ਦਿੱਤੀ ਸੀਗੀ ਕਿ ਅਸੀਂ ਮਦਦ ਕਰ ਸਕਦੇ ਹਾਂ ਅਲਬਰਟਾ ਦੀ, ਤਾਂ ਉਹ ਤੋਂ ਇਨਕਾਰ ਕਰ ਦਿੱਤਾ ਜੈਸਨ ਕੈਨੀ। ਸੋ ਕਹਿੰਦੇ ਵੀ ਜਿਹੜੇ ਸੂਬੇ ਮਦਦ ਲਈ ਪੇਸ਼ਕਸ਼ ਕਰ ਰਹੇ ਨੇ, ਉਹਨਾਂ ਉਸ ਲਈ ਵੀ ਜੈਸਨ ਕੈਨੀ ਇਨਕਾਰ ਕਰ ਰਹੇ ਨੇ, ਤੇ ਨਾ ਹੀ ਉਹ ਜਿਹੜੇ ਸਿਹਤ ਮਾਹਰ ਆ, ਡਾਕਟਰਾਂ ਦੀ ਗੱਲ ਮੰਨ ਰਹੇ ਨੇ, ਨਾ ਜਿਹੜੀਆਂ ਉਹ ਪਾਬੰਦੀਆਂ ਲਾ ਰਹੇ ਨੇ, ਤੇ ਨਾ ਹੀ ਲਾਕਡਾਊਨ ਲਾ ਰਹੇ ਨੇ। ਸੋ ਇਸ ਕਰਕੇ ਉਹਨਾਂ ਨੇ ਜਸਟਿਨ ਟਰੂਡੋ ਉਹਨਾਂ ਨੂੰ ਚਿੱਠੀ ਲਿਖ ਕੇ, ਤੇ ਜਿਹੜੇ ਇੱਥੇ ਕੇਂਦਰੀ ਸਿਹਤ ਮੰਤਰੀ ਅਸੀਂ ਕਹਿ ਸਕਦੇ ਹਾਂ, ਫੈਡਰਲ ਹੈਲਥ ਮਿਨਿਸਟਰ, ਉਹਨਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਆ ਕਿ ਉਹ ਹੈਲਪ ਭੇਜਣ, ਅਲਬਰਟਾ ਦੇ ਵਿੱਚ ਦਖਲ ਦੇਣ ਅਤੇ ਕੋਵਿਡ ਨੂੰ ਨੱਥ ਪਾਈ ਜਾਵੇ ਉੱਥੇ। ਜੀ ਬਿਲਕੁਲ। ਸੋ ਮਨਦੀਪ ਜੀ, ਸਸਕੈਚੁਆਨ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ ਤੇ ਅਜਿਹੇ ਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਵੀ ਹੁਣ ਇੱਥੇ ਲਾਗੂ ਹੋਣ ਜਾ ਰਿਹਾ ਹੈ, ਪਰ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਮਐਲਏ ਦਾ ਅਸਤੀਫਾ ਵੀ ਲਿਆ ਗਿਆ। ਐਮਐਲਏ ਦਾ ਅਸਤੀਫਾ ਕਿਉਂ ਲਿਆ ਗਿਆ, ਇਸ ਦੇ ਪਿੱਛੇ ਕੀ ਕਾਰਨ ਹੈ? ਬਿਲਕੁਲ, ਕਿਉਂਕਿ ਜਦੋਂ ਪ੍ਰੂਫ ਆਫ ਵੈਕਸੀਨੇਸ਼ਨ ਜਿਹੜੀ ਸੱਤਾ ਧਿਰ ਜਿਹੜੀ ਆ ਉਹ ਲਾਗੂ ਕਰਨ ਜਾ ਰਹੀ ਆ, ਤਾਂ ਉਹਦੇ ਵਿੱਚ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਤਾਂ ਸਾਡਾ ਪੂਰਾ ਕੌਕਸ ਆ, ਉਹ ਜਿਹੜਾ ਵਾ ਉਹ ਪੂਰਾ ਵੈਕਸੀਨੇਟਡ ਹੋਵੇਗਾ। ਔਰ ਇਹਦੇ ਸੰਬੰਧੀ ਪਾਰਟੀ ਦੇ ਬੁਲਾਰੇ ਨੇ, ਸਰਕਾਰ ਦੇ ਬੁਲਾਰੇ ਨੇ ਇੱਕ ਜਿਹੜੀ ਵਰਬਲ ਕਨਫਰਮੇਸ਼ਨ ਵੀ ਦੇ ਦਿੱਤੀ ਸੀ ਕਿ ਹਾਂਜੀ ਸਾਡੇ ਜਿਹੜੇ ਜਿੰਨੇ ਵਿਧਾਇਕ ਆ ਉਹ ਸਾਰੇ ਵੈਕਸੀਨੇਟਡ ਨੇ। ਪਰ ਉਸ ਤੋਂ ਬਾਅਦ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ, ਜਿਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਇੱਕ ਐਮਐਲਏ ਨੇ, ਉਹਨਾਂ ਨੇ ਜਿਹੜੀ ਗਲਤ ਜਾਣਕਾਰੀ ਦਿੱਤੀ ਆ, ਜਾਂ ਉਹਨਾਂ ਨੇ ਆਪਣਾ ਜਿਹੜਾ ਸਟੇਟਸ ਸੀ ਉਹ ਲੁਕੋ ਕੇ ਰੱਖਿਆ, ਦੱਸਿਆ ਨਹੀਂ, ਅਤੇ ਉਹਨਾਂ ਨੇ ਹਾਲੇ ਤੱਕ ਵੈਕਸੀਨ ਜਿਹੜੀ ਸੀ ਉਹ ਨਹੀਂ ਲਗਵਾਈ ਸੀ, ਉਹ ਫੁੱਲੀ ਵੈਕਸੀਨੇਟਡ ਨਹੀਂ ਸੀ। ਸੋ ਇਸ ਕਰਕੇ ਫਿਰ ਹੁਣ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਤੇ ਅਸਤੀਫਾ ਉਹਨਾਂ ਦਾ ਮਨਜ਼ੂਰ ਵੀ ਹੋ ਗਿਆ। ਹਾਲਾਂਕਿ ਸੱਤਾਧਿਰ ਪਾਰਟੀ ਦੇ ਐਮਐਲਏ ਸੀਗੇ, ਕੌਕਸ ਦੇ ਮੈਂਬਰ ਸੀਗੇ, ਪਰ ਹੁਣ ਉਸ ਕੌਕਸ ਤੋਂ ਬਾਹਰ ਹੋ ਗਏ ਨੇ ਅਤੇ ਇੱਕ ਆਜ਼ਾਦ ਵਿਧਾਇਕ ਦੀ ਤਰ੍ਹਾਂ ਹੁਣ ਜਿਹੜੇ ਉਹ ਇਸ ਵਕਤ ਵਿਧਾਨ ਸਭਾ ਦੇ ਵਿੱਚ, ਅਸੈਂਬਲੀ ਵਿੱਚ ਬੈਠਣਗੇ। ਔਰ ਇਸ ਦੌਰਾਨ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਮੇਰਾ ਇਹ ਮੰਨਣਾ ਆ ਕਿ ਹਰ ਕਿਸੇ ਨੂੰ ਜਿਹੜੀ ਆਜ਼ਾਦੀ ਹੋਣੀ ਚਾਹੀਦੀ ਆ, ਉਹਦੀ ਕੀ ਉਹ ਚਾਹੁੰਦਾ ਆ ਕੀ ਨਹੀਂ ਚਾਹੁੰਦਾ। ਸੋ ਕਹਿੰਦੇ ਵੀ ਉਹ ਇਸ ਉੱਤੇ ਕਾਇਮ ਰਹਿਣਗੇ, ਤੇ ਉਹਨਾਂ ਨੇ ਅਸਤੀਫਾ ਆਪਣਾ ਦੇ ਦਿੱਤਾ ਆ, ਤੇ ਅਸਤੀਫਾ ਉਹਨਾਂ ਦਾ ਮਨਜ਼ੂਰ ਵੀ ਕਰ ਲਿਆ ਗਿਆ। ਜੀ ਸੋ ਮਨਦੀਪ ਜੀ, ਇੱਕ ਅਮਰੀਕਾ ਤੋਂ ਵੀ ਖਬਰ ਸਾਹਮਣੇ ਆਈ ਹੈ, ਜਿੱਥੇ ਗੈਸ ਸਟੇਸ਼ਨ ਦੇ ਉੱਪਰ ਪੰਜਾਬੀ ਸਿੱਖ ਦੇ ਉੱਪਰ ਗੋਲੀ ਚਲਾਈ ਗਈ ਹੈ, ਤੇ ਇਹ ਜਿਹੜੀ ਗੋਲੀ ਚੱਲੀ, ਇਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਮ ਜਿਹੜਾ ਪਹਿਚਾਣ ਹੈ ਉਹ ਵੀ ਜਨਤਕ ਕਰ ਦਿੱਤੀ ਗਈ ਹੈ। ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਦੁੱਖ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਬਾਅਦ ਇਹ ਜੋ ਖਬਰ ਸਾਹਮਣੇ ਆਈ ਹੈ। ਸੋ ਅਮਰੀਕਾ ਤੋਂ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਜਿਨ੍ਹਾਂ ਦੀ ਮੌਤ ਹੋਈ ਆ, ਨਾਮ ਉਹਨਾਂ ਦਾ ਤੇਜਪਾਲ ਸਿੰਘ ਆ, 60 ਸਾਲ ਦੀ ਉਹਨਾਂ ਦੀ ਉਮਰ ਸੀ, ਔਰ ਗੈਸ ਸਟੇਸ਼ਨ ਤੇ ਉਹ ਕੰਮ ਕਰ ਰਿਹਾ ਸੀ, ਤੇ ਘਟਨਾ ਸਵੇਰੇ ਜਿਹੜੀ ਹੈ ਇਹ ਤਕਰੀਬਨ ਤੜਕੇ 5 ਵਜੇ ਦੀ ਦੱਸੀ ਜਾ ਰਹੀ ਆ। ਸੋ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ, ਉਹਦੇ 'ਚ ਇਹੀ ਦੱਸਿਆ ਜਾ ਰਿਹਾ ਕਿ ਜਿਸ ਕਾਤਲ ਆ ਉਹ ਇਸ ਗੈਸ ਸਟੇਸ਼ਨ ਤੇ ਲੁੱਟ ਦੀ ਜਿਹੜੀ ਮਨਸ਼ਾ ਨਾਲ ਆਇਆ ਸੀ, ਔਰ ਇਸ ਦੌਰਾਨ ਉਹਨਾਂ ਦਾ ਟਾਕਰਾ ਤੇਜਪਾਲ ਸਿੰਘ ਨਾਲ ਹੋ ਗਿਆ, ਔਰ ਗੋਲੀ ਚਲਾ ਕੇ ਜਿਹੜੀ ਉਹਨਾਂ ਨੇ ਕਤਲ ਕਰ ਦਿੱਤਾ, ਹੱਤਿਆ ਕਰ ਦਿੱਤੀ ਤੇਜਪਾਲ ਸਿੰਘ ਦੀ। ਵਾਕਈ ਦੁੱਖ ਭਰੀ ਖਬਰ ਆ, ਔਰ ਭਾਈਚਾਰੇ 'ਚ ਵੀ ਸੋਗ ਦੀ ਲਹਿਰ ਆ। ਉਹਨਾਂ ਦਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਲੰਮੇ ਸਮੇਂ ਤੋਂ। ਪਰ ਜੇਕਰ ਅਸੀਂ ਦੇਖੀਏ ਤਾਂ ਵਰਤਾਰਾ ਜਿਹੜਾ ਵਾ ਉਹ ਕੋਈ ਨਵਾਂ ਨਹੀਂਗਾ, ਪਹਿਲਾਂ ਵੀ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਨੇ ਇਸ ਤਰੀਕੇ ਨਾਲ। ਔਰ ਦੁੱਖ ਦੀ ਗੱਲ ਇਹ ਆ ਕਿ ਪੰਜਾਬੀਆਂ ਦੀਆਂ ਜਾਨਾਂ ਬਹੁਤ ਸਾਰੀਆਂ ਜਾ ਚੁੱਕੀਆਂ ਨੇ, ਕਈ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਆ। ਹੁਣ ਇਹ ਤਾਜ਼ਾ ਘਟਨਾ ਹੈ ਕਿ ਤੇਜਪਾਲ ਸਿੰਘ ਉਹਨਾਂ ਦੀ ਜਾਨ ਗਈ ਆ। ਹਾਲਾਂਕਿ ਇੱਥੇ ਇਹ ਦੱਸਿਆ ਜਾਂਦਾ ਕਿ ਜੇਕਰ ਕੋਈ ਲਟੇਰਾ ਆਉਂਦਾ ਆ, ਕਿਸੇ ਕੋਲ ਕੋਈ ਹਥਿਆਰ ਆ, ਤਾਂ ਤੁਸੀਂ ਉਸ ਦੇ ਨਾਲ ਨਾ ਉਲਝੋ ਔਰ ਆਪਣਾ ਬਚਾਅ ਕਰੋ। ਪਰ ਕਈ ਵਾਰ ਹਾਲਾਤ ਪਤਾ ਨਹੀਂ ਕਿਸ ਤਰੀਕੇ ਦੇ ਪੈਦਾ ਹੋ ਜਾਂਦੇ ਆ। ਕਈ ਵਾਰ ਅਸੀਂ ਦੇਖਿਆ ਜੋ ਸੀਸੀਟੀਵੀ ਫੁਟੇਜ ਵੀ ਆਈ ਆ, ਕਈ ਵਾਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ, ਔਰ ਹੱਥੋਂ ਪਾਈ ਤੱਕ ਜਿਹੜਾ ਉਹ ਹੋਇਆ ਜਾਂਦਾ। ਉਸ ਤਰ੍ਹਾਂ ਵੀ ਜਿਹੜੀ ਫਿਰ ਉਹ ਗੋਲੀ ਚਲਾ ਦਿੱਤੀ ਜਾਂਦੀ ਆ, ਤੇ ਉਹਦਾ ਨੁਕਸਾਨ ਹੁੰਦਾ ਆ। ਸੋ ਇੱਕ ਵਾਰੀ ਫੇਰ ਇਹੀ ਮਾਮਲਾ ਸਾਹਮਣੇ ਆਇਆ। ਸੋ ਇਹਦੇ ਵਿੱਚ ਹਾਲੇ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਤਾਂ ਸਾਡੇ ਤੱਕ ਨਹੀਂ ਪਹੁੰਚੀ ਆ, ਨਹੀਂ ਦੇਖੀ ਆ, ਪਰ ਦੱਸਿਆ ਇਹੀ ਜਾ ਰਿਹਾ ਕਿ ਲੁੱਟ ਦੀ ਮਨਸ਼ਾ ਨਾਲ ਜਿਹੜਾ ਇਹ ਲਟੇਰਾ ਉੱਥੇ ਆਇਆ ਸੀ, ਔਰ ਗੋਲੀ ਚਲਾ ਕੇ ਉਸਨੇ ਤੇਜਪਾਲ ਸਿੰਘ ਦੀ ਜਾਨ ਲੈ ਲਈ। ਸੋ ਕਾਫੀ ਦੁੱਖ ਭਰੀ ਖਬਰ ਆ, ਤੇ ਭਾਈਚਾਰੇ 'ਚ ਸੋਗ ਦੀ ਲਹਿਰ ਆ। ਜੀ ਬਿਲਕੁਲ। ਸੋ ਮਨਦੀਪ ਜੀ, ਅਸੀਂ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂ ਦੀ ਲੀਡਰਸ਼ਿਪ ਖਤਰੇ ਦੇ ਵਿੱਚ ਹੈ।
ਚੋਣਾਂ ਦੇ ਜੋ ਨਤੀਜੇ ਹੋਏ ਉਸ ਤੋਂ ਬਾਅਦ ਕਈ ਜਾਣੇ ਉਹਨਾਂ ਦੇ ਪੱਖ ਦੇ ਵਿੱਚ ਨਜ਼ਰ ਆਏ ਤੇ ਕਈਆਂ ਨੇ ਕਿਹਾ ਕਿ ਲੀਡਰਸ਼ਿਪ ਮੁੜ ਤੋਂ ਰਿਵਿਊ ਹੋਣੀ ਚਾਹੀਦੀ ਹੈ। ਪਰ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਲੀਡਰਸ਼ਿਪ ਨੂੰ ਲੈ ਕੇ, ਇਹ ਜ਼ਰੂਰ ਦੱਸੋ। ਬਿਲਕੁਲ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜਾ ਲਗਾਤਾਰ ਕਿਉਂਕਿ ਹਾਰ ਤੋਂ ਬਾਅਦ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪਾਰਟੀਆਂ ਵਿੱਚ ਇਸ ਤਰੀਕੇ ਦੀ ਸਥਿਤੀ ਪੈਦਾ ਹੋ ਜਾਂਦੀ ਆ, ਔਰ ਉਹ ਵੀ ਜਦੋਂ ਵੱਡੀਆਂ ਪਾਰਟੀਆਂ ਹੁੰਦੀਆਂ ਆ, ਹੋਰ ਬਹੁਤ ਸਾਰੇ ਲੋਕਾਂ ਵਿੱਚ ਖਿੱਚੋਤਾਣ ਹੁੰਦੀ ਹੈ ਲੀਡਰਸ਼ਿਪ ਨੂੰ ਲੈ ਕੇ। ਸੋ ਹੁਣ ਅਸੀਂ ਪਹਿਲਾਂ ਇਹ ਜਾਣਕਾਰੀ ਦਿੱਤੀ ਸੀਗੀ ਕਿ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਉਹ ਪਾਰਟੀ 'ਚ ਆ ਰਹੇ ਨੇ, ਕੁਝ ਐਰਨ ਟੂਲ ਦੇ ਹੱਕ ਵਿੱਚ ਨੇ, ਕੁਝ ਵਿਰੋਧ ਵਿੱਚ ਨੇ, ਕੁਝ ਇਹ ਕਹਿ ਰਹੇ ਆ ਕਿ ਲੀਡਰਸ਼ਿਪ ਰਿਵਿਊ ਕਰਨਾ ਚਾਹੀਦਾ। ਤੇ ਹੁਣ ਇੱਕ ਪਟੀਸ਼ਨ ਜਿਹੜੀ ਆ, ਇੱਕ ਜੋ ਕੰਜ਼ਰਵੇਟਿਵ ਪਾਰਟੀ ਦੇ ਗਵਰਨਿੰਗ ਕੌਂਸਲ ਹੈ ਉਹਦੇ ਮੈਂਬਰ ਨੇ ਅੰਟਾਰੀਓ ਤੋਂ, ਉਹਨਾਂ ਨੇ ਜਿਹੜਾ ਵਾ ਇੱਕ ਪਟੀਸ਼ਨ ਤੱਕ ਲਾਂਚ ਕਰ ਦਿੱਤੀ ਹੈ, ਜਿਸ 'ਚ ਮੰਗ ਇਹ ਕੀਤੀ ਜਾ ਰਹੀ ਆ ਕਿ ਜਿਹੜੀ ਆ ਸਮੇਂ ਤੋਂ ਪਹਿਲਾਂ ਜਿਹੜੀ ਆ ਇਸ ਲੀਡਰਸ਼ਿਪ ਬਾਰੇ ਰਿਵਿਊ ਹੋਣਾ ਚਾਹੀਦਾ ਆ। ਔਰ ਉਹਨਾਂ ਨੇ ਕਿਹਾ ਕਿ ਐਰਨ ਅਟੂਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਖੋਹ ਲੈਣੀ ਚਾਹੀਦੀ ਹੈ। ਔਰ ਉਹਨਾਂ ਨੇ ਕਈ ਦੋਸ਼ ਲਾਏ ਆ, ਕਹਿੰਦੇ ਵੀ ਇੱਕ ਤਾਂ ਇਸ ਇਲੈਕਸ਼ਨ ਦੇ ਵਿੱਚ ਐਰਨ ਅਟੂਲ ਨੇ ਜਿਹੜੇ ਉਹ ਕਾਮਯਾਬ ਨਹੀਂ ਹੋ ਸਕੇ ਵੀ ਇੰਨੇ MP ਜਿੱਤ ਸਕਣ ਜਿਹਦੇ ਨਾਲ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਸੱਤਾ 'ਚ ਆ ਸਕੇ। ਦੂਜੇ ਪਾਸੇ ਉਹ ਕਹਿੰਦੇ ਆ ਕਿ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸਿਧਾਂਤ ਨੇ, ਜੋ ਮੌਲਿਕਤਾ ਆ, ਉਹਨੂੰ ਜਿਹੜੀ ਢਾਹ ਲੱਗੀ ਆ, ਔਰ ਉਹਦੇ ਤੋਂ ਹਟ ਕੇ ਜਿਹੜਾ ਵਾ ਕੰਜ਼ਰਵੇਟਿਵ ਦੇ ਜਿਹੜੇ ਐਰਨ ਅਟੂਲ ਲੀਡਰ ਆ ਉਹਨਾਂ ਨੇ ਪ੍ਰਚਾਰ ਕੀਤਾ, ਉਹ ਇਲੈਕਸ਼ਨ 'ਚ ਵਿਚਰੇ ਆ, ਕਹਿੰਦੇ ਉਹ ਵੀ ਪਾਰਟੀ ਨੂੰ ਨੁਕਸਾਨ ਹੋਇਆ। ਸੋ ਹਾਲਾਂਕਿ ਜਿਹੜੇ ਕੁਝ ਮੈਂਬਰ ਆ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਹੋਰ ਸੀਨੀਅਰ ਆ ਇਸੇ ਕੌਂਸਲ ਦੇ ਮੈਂਬਰ ਆ ਕਿ ਕਿਸੇ ਨੂੰ ਆਪਣੀ ਜਿਹੜੇ ਅਹੁਦੇ ਦਾ ਇਸ ਤਰੀਕੇ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਇਸ ਪਟੀਸ਼ਨ ਨੂੰ ਉਹਨਾਂ ਨੇ ਦੁਰਵਰਤੋਂ ਵੀ ਦੱਸਿਆ, ਪਰ ਖਿੱਚੋਤਾਣ ਜਾਰੀ ਆ। ਸੋ ਦੇਖਦੇ ਆ ਇਸ ਪਟੀਸ਼ਨ ਦੇ ਰਾਹੀਂ ਕੀ ਹੁੰਦਾ ਆ, ਪਰ ਇੰਨਾ ਜ਼ਰੂਰ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਸ ਵਕਤ ਖਿੱਚੋਤਾਣ ਜਿਹੜੀ ਆ ਉਹ ਚੱਲ ਰਹੀ ਆ। ਸੋ ਹੁਣ ਦੇਖਦੇ ਆ ਕਿ ਕੀ ਫੈਸਲਾ ਹੁੰਦਾ, ਨਵਾਂ ਲੀਡਰ ਪਾਰਟੀ ਨੂੰ ਮਿਲਦਾ। ਪਰ ਇੰਨਾ ਜ਼ਰੂਰ ਹੈ ਕਿ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਆ ਕਿ ਐਰਨ ਅਟੂਲ ਨੇ ਜਿਹੜਾ ਵਾ ਨਾ ਕੁਝ ਗਵਾਇਆ ਨਾ ਕੁਝ ਪਾਇਆ। 121 ਸੀਟਾਂ ਜਿਹੜੀਆਂ 2019 ਵਿੱਚ ਮਿਲੀਆਂ ਸੀ ਕੰਜ਼ਰਵੇਟਿਵ ਪਾਰਟੀ ਨੂੰ, ਤੇ 119 ਸੀਟਾਂ ਜਿਹੜੀਆਂ ਆ ਉਹ ਇਸ ਵਕਤ ਜਿਹੜੀਆਂ ਮਿਲੀਆਂ ਨੇ ਫਿਰ ਕੰਜ਼ਰਵੇਟਿਵ ਪਾਰਟੀ ਜੋ ਹੁਣ ਚੋਣਾਂ ਹੋਈਆਂ ਨੇ। ਔਰ ਜੇਕਰ ਅਸੀਂ ਇਸ ਵਾਰ ਦੀ ਗੱਲ ਕਰੀਏ, ਇੱਕ ਤਾਂ ਕੰਪੇਨ ਪੀਰੀਅਡ ਬਹੁਤ ਛੋਟਾ ਸੀ, ਸਿਰਫ 36 ਦਿਨ ਦਾ ਸੀਗਾ, ਅਚਾਨਕ ਚੋਣਾਂ ਕਰਵਾਈਆਂ ਗਈਆਂ। ਔਰ ਇਸ ਤੋਂ ਇਲਾਵਾ ਜਿਹੜਾ ਵਾ ਐਰਨ ਅਟੂਲ ਲਈ ਇੱਕ ਇਹ ਵੀ ਗੱਲ ਘਾਟੇ ਦੀ ਰਹੀ ਕਿ ਉਹ ਇਸ ਮਹਾਮਾਰੀ ਦੇ ਦੌਰਾਨ ਲੀਡਰ ਬਣੇ। ਇਸ ਦੌਰਾਨ ਕੋਈ ਬਹੁਤੀ ਸਿਆਸਤ ਨਹੀਂ ਹੋ ਸਕੀ, ਉਹ ਲੋਕਾਂ 'ਚ ਵਿਚਰ ਵੀ ਨਹੀਂ ਸਕੇ। ਲੋਕਾਂ ਲਈ ਇੱਕ ਨਵਾਂ ਚਿਹਰਾ ਸੀ, ਪਰ ਜਦੋਂ ਕੰਪੇਨ ਸ਼ੁਰੂ ਹੋਈ ਲੋਕਾਂ ਨੇ ਉਹਨਾਂ ਨੂੰ ਹੁੰਗਾਰਾ ਵੀ ਦਿੱਤਾ, ਪਰ ਫਿਰ ਵੀ ਉਹ ਬਹੁਤਾ ਸਮਰਥਨ ਇਕੱਠਾ ਨਹੀਂ ਕਰ ਸਕੇ। ਕੁਝ ਕੁ ਮਾਮਲਿਆਂ ਤੇ ਆ ਕੇ ਉਹਨਾਂ ਦਾ ਜੇ ਅਸੀਂ ਕਹੀਏ ਤਾਂ ਗੇਰ ਫਸ ਗਿਆ ਸੀਗਾ। 2 ਕੁ ਮਾਮਲਿਆਂ ਤੇ ਜਿਹੜੇ ਸੀ ਉਹ ਕਾਫੀ ਜਿਹੜੇ ਫਸਦੇ ਨਜ਼ਰ ਆਏ, ਖਾਸ ਕਰਕੇ ਜੋ ਅਸੌਲਟ ਰਾਈਫਲਸ ਦੇ ਬੈਨ ਵਾਲੇ ਮੁੱਦੇ ਤੇ, ਵੈਕਸੀਨੇਸ਼ਨ ਦੇ ਮੁੱਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਜਿਹੜਾ ਸੀ ਕਾਫੀ ਉਹ ਫਸਦੇ ਨਜ਼ਰ ਆਏ। ਸੋ ਇਸ ਤੋਂ ਬਾਅਦ ਜਿਹੜਾ ਸੀ ਜੋ ਨਤੀਜੇ ਸਾਡੇ ਸਾਹਮਣੇ ਨੇ, ਸੋ ਦੇਖਦੇ ਹਾਂ ਕਿ ਉਹਨਾਂ ਦੀ ਲੀਡਰਸ਼ਿਪ ਬਚਦੀ ਆ ਜਾਂ ਜਾਂਦੀ ਆ। ਜੀ ਸੋ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ। ਮਾਈਗ੍ਰੇਸ਼ਨ ਦੇ 28 ਸਾਲ ਦੇ ਰਿਕਾਰਡ ਟੁੱਟੇ ਨੇ। ਵੱਖ-ਵੱਖ ਪ੍ਰੋਵਿੰਸਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਜ਼ਿਆਦਾਤਰ ਜਿਹੜੇ ਰੈਜ਼ੀਡੈਂਟ ਨੇ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਇਹ ਰਿਪੋਰਟ ਪੇਸ਼ ਕੀਤੀ ਗਈ ਹੈ, ਇਸ ਦੇ ਬਾਰੇ ਵਧੇਰੇ ਜਾਣਕਾਰੀ ਜ਼ਰੂਰ ਸਾਂਝੀ ਕਰੋ। ਬਿਲਕੁਲ, ਇਹ ਜਿਹੜੀ ਰਿਪੋਰਟ ਜਿਹੜੀ ਹੈ ਲਗਾਤਾਰ ਇਸ ਤਰੀਕੇ ਦੀਆਂ ਆਉਂਦੀਆਂ ਰਹਿੰਦੀਆਂ ਨੇ। ਸੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਅੰਦਰ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਹੈ ਉਹਨੂੰ ਲੈ ਕੇ ਲਗਾਤਾਰ ਜਿਹੜੀ ਚਰਚਾ ਛਿੜੀ ਰਹਿੰਦੀ ਆ, ਕਿਉਂਕਿ ਲੋਕ ਮੂਵ ਹੁੰਦੇ ਰਹਿੰਦੇ ਨੇ, ਵੱਡੀ ਗਿਣਤੀ ਵਿੱਚ ਲੋਕ ਬਾਹਰੋਂ ਵੀ ਆਉਂਦੇ ਨੇ। ਸੋ ਹੁਣ ਜਿਹੜੀ ਰਿਪੋਰਟ ਜਾਰੀ ਆਈ ਆ, ਇਹ ਇਸ ਤਰੀਕੇ ਨਾਲ ਆਈ ਆ ਕਿ ਜਿਹੜੀ ਇੱਕ ਪ੍ਰੋਵਿੰਸ ਛੱਡ ਕੇ ਦੂਜੀ ਪ੍ਰੋਵਿੰਸ ਵਿੱਚ ਲੋਕ ਜਾਂਦੇ ਆ, ਉਹਦੇ ਵਿੱਚ ਕਿਹੜੀ ਪ੍ਰੋਵਿੰਸ ਕਿਹੜੇ ਨੰਬਰ ਤੇ ਆ, ਕਿੱਥੇ ਕਿੰਨੇ ਜਿਹੜੇ ਉਹ ਲੋਕ ਆ ਕੇ ਰਹੇ ਨੇ, ਕਿਹੜੀ ਪ੍ਰੋਵਿੰਸ ਨੂੰ ਕਿਹੜੇ ਲੋਕ ਛੱਡ ਗਏ ਨੇ। ਸੋ ਉਹਦੇ ਵਿੱਚ BC ਨਾ ਸਿਰਫ ਪਹਿਲੇ ਨੰਬਰ ਤੇ, ਬਲਕਿ ਉਹਦਾ ਕਾਫੀ ਫਰਕ ਵੀ ਆ ਬਾਕੀ ਸੂਬਿਆਂ ਨਾਲੋਂ। ਜੇਕਰ ਅਸੀਂ ਇਸ ਰਿਪੋਰਟ ਦੀ ਗੱਲ ਕਰੀਏ ਤਾਂ 37,871 ਲੋਕ ਜਿਹੜੇ ਉਹ BC ਵਿੱਚ ਆ ਕੇ ਰਹੇ ਨੇ। ਔਰ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਨੋਵਾ ਸਕੋਸ਼ੀਆ ਵਿੱਚ 9,949, ਨਿਊ ਬਰੰਸਵਿਕ ਵਿੱਚ 3,887 ਅਤੇ ਨਿਊ ਫਾਊਂਡ ਲੈਬਰੇਡਾਰ ਵਿੱਚ 785 ਜਿਹੜੇ ਉਹ ਲੋਕ ਆਏ ਨੇ। ਔਰ ਇਹਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚੋਂ 11,831 ਲੋਕ ਜਿਹੜੇ ਛੱਡ ਕੇ ਗਏ ਨੇ। ਮੈਨੀਟੋਬਾ ਨੂੰ 9,685 ਲੋਕ ਛੱਡ ਕੇ ਗਏ ਨੇ। ਸਸਕੈਚੁਅਨ ਨੂੰ 9,410 ਲੋਕ ਛੱਡ ਕੇ ਹੋਰਨਾਂ ਸੂਬਿਆਂ ਦੇ ਵਿੱਚ ਗਏ ਨੇ। ਸੋ ਇਹ ਜਿਹੜੇ ਅੰਕੜੇ ਆ ਇਹ ਇਸ ਵਕਤ ਜਿਹੜੇ ਜਾਰੀ ਕੀਤੇ ਗਏ ਨੇ। ਸੋ BC ਦੇ ਵਿੱਚ ਕਿਉਂਕਿ ਲਗਾਤਾਰ ਇਕੋਨਮੀ ਵੀ ਠੀਕ ਚੱਲ ਰਹੀ ਆ, ਮੌਸਮ ਵੀ ਥੋੜਾ, ਬਾਕੀ ਜੇਕਰ ਅਸੀਂ ਦੇਖੀਏ ਖਾਸ ਕਰਕੇ ਮੈਟਰੋ ਵੈਨਕੂਵਰ ਦਾ, ਤਾਂ ਇਹਨਾਂ ਦੂਜੇ ਸੂਬਿਆਂ ਨਾਲੋਂ ਜਿਹੜਾ ਠੰਡ ਘੱਟ ਹੁੰਦੀ ਆ, ਰਹਿਣ ਲਈ ਵੀ ਸੁਖਾਲਾ ਆ,
ਪਰ ਮਹਿੰਗਾ ਜ਼ਰੂਰ ਆ, ਪਰ ਫਿਰ ਵੀ ਲੋਕਾਂ ਦੀ ਪਸੰਦ ਪਹਿਲੀ BC ਬਣਿਆ ਹੋਇਆ। ਜੀ ਬਿਲਕੁਲ। ਸੋ ਮਨਦੀਪ ਜੀ, ਗੱਲ ਕਰਦੇ ਹਾਂ ਸਸਕੈਚੁਆਨ ਦੀ। ਸਸਕੈਚੁਆਨ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਵੈਸੇ ਤਾਂ ਐਲਬਰਟਾ ਤੇ ਸਸਕੈਚੁਆਨ ਦੇ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਜਿਹੜੀ ਮਦਦ ਦੀ ਜ਼ਰੂਰਤ ਪੈਂਦੀ ਹੈ ਉਹ ਸਸਕੈਚੁਆਨ ਨੂੰ ਭੇਜੀ ਜਾਵੇਗੀ। ਆਟਵਾ ਮਦਦ ਦੇ ਵਾਸਤੇ ਤਿਆਰ ਹੈ। ਪ੍ਰੂਫ ਆਫ ਵੈਕਸੀਨੇਸ਼ਨ ਨੂੰ ਲੈ ਕੇ ਵੀ ਜੋ ਗੱਲ ਹੋਈ ਸੀ, ਉਹਦਾ ਵੀ ਜਿਹੜੀ ਉਹ ਜਲਦ ਲਾਗੂ ਹੋਣ ਜਾ ਰਹੀ ਹੈ। ਸੋ ਸਸਕੈਚੁਆਨ ਦੇ ਵਿੱਚ ਜੋ ਇਹ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਹੋਣ ਜਾ ਰਿਹਾ ਹੈ, ਕਦੋਂ ਲਾਗੂ ਹੋਵੇਗਾ ਜੀ? ਬਿਲਕੁਲ ਜੀ, ਸਸਕੈਚੁਅਨ ਦੇ ਵਿੱਚ ਵੀ ਜਿਹੜਾ ਉਹ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਹੋਣ ਜਾ ਰਿਹਾ, ਔਰ ਜਿਹੜੀ ਖਾਸ ਕਰਕੇ ਜਸਟਿਨ ਟਰੂਡੋ ਹੁਣੀ ਮਦਦ ਭੇਜਣ ਦੀ ਗੱਲ ਕਰ ਰਹੇ ਨੇ, ਕਿਉਂਕਿ ਸਸਕੈਚੁਅਨ ਇਸ ਤਰੀਕੇ ਦਾ ਸੂਬਾ ਆ ਜਿੱਥੇ ਜਸਟਿਨ ਟਰੂਡੋ ਉਹਨਾਂ ਨੂੰ ਬਹੁਤ ਘੱਟ ਸਮਰਥਨ ਜਿਹੜਾ ਉਹ ਮਿਲਦਾ ਆ, ਕਿਉਂਕਿ ਸਸਕੈਚੁਅਨ 'ਚ ਅਸੀਂ ਇਸ ਵਾਰ ਦੇਖੀਏ ਤਾਂ ਇਸ ਵਾਰ ਵੀ ਇੱਕ ਵੀ ਸੀਟ ਜਿਹੜੀ ਉਹ ਲਿਬਰਲ ਨੂੰ ਨਹੀਂ ਮਿਲੀ ਆ। ਹੁਣੇ ਇਲੈਕਸ਼ਨ ਹੋ ਕੇ ਹਟੇ ਨੇ, ਇਸ ਕਰਕੇ ਅਸੀਂ ਚਰਚਾ ਕਰ ਰਹੇ ਹਾਂ। 14 ਸੀਟਾਂ ਨੇ, 14 ਦੀਆਂ 14 ਉੱਤੇ ਕੰਜ਼ਰਵੇਟਿਵ ਜਿਹੜੀ ਉਹ ਜੇਤੂ ਰਹੀ ਆ, ਔਰ ਅਲਬਰਟਾ ਵਿੱਚੋਂ ਵੀ ਕੋਈ ਬਹੁਤਾ ਜ਼ਿਆਦਾ ਸਮਰਥਨ ਨਹੀਂ ਮਿਲਿਆ। ਪਰ ਇਹ ਦੋਨੇ ਜਿਹੜੀਆਂ ਸਟੇਟਸ ਨੇ ਕੰਜ਼ਰਵੇਟਿਵ ਨੇ, ਪਰ ਦੋਨਾਂ ਵਿੱਚ ਹੀ ਇਸ ਵਕਤ ਕਰੋਨਾ ਦੇ ਹਾਲਾਤ ਜਿਹੜੇ ਉਹ ਕਾਫੀ ਖਰਾਬ ਨੇ। ਔਰ ਜੇਕਰ ਅਸੀਂ ਗੱਲ ਕਰੀਏ ਅਲਬਰਟਾ ਦੇ ਥੋੜੇ ਜ਼ਿਆਦਾ ਖਰਾਬ ਨੇ, ਸਸਕੈਚੁਅਨ ਦੇ ਵਿੱਚ ਕਿਉਂਕਿ ਆਬਾਦੀ ਅਲਬਰਟਾ ਦੇ ਮੁਕਾਬਲੇ ਥੋੜੀ ਘੱਟ ਆ, ਸੋ ਉੱਥੇ ਹੈਂਡਲ ਕਰਨਾ ਵੀ ਥੋੜਾ ਆਸਾਨ ਆ। ਥੋੜੇ ਉਹਦੇ ਮੁਕਾਬਲੇ ਕੇਸ ਘੱਟ ਨੇ, ਪਰ ਫਿਰ ਵੀ ਮਦਦ ਦੀ ਮੰਗ ਜਿਹੜੀ ਕੀਤੀ ਜਾ ਰਹੀ ਆ। ਉੱਥੇ ਵੀ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਕਹਿ ਰਹੀ ਆ ਕਿ ਉੱਥੇ ਵੀ ਜਿਹੜਾ ਵਾ ਸਰਕਟ ਬ੍ਰੇਕਰ ਜਿਹੜਾ ਲਾਕਡਾਊਨ ਆ ਸਸਕੈਚੁਅਨ 'ਚ ਲੱਗਣਾ ਚਾਹੀਦਾ ਆ। ਸੋ ਜਿਸ ਤਰੀਕੇ ਨਾਲ ਜਗਮੀਤ ਸਿੰਘ ਹੋਣਾ ਨੇ ਅੱਜ ਮੰਗ ਕੀਤੀ ਕਿ ਅਲਬਰਟਾ ਨੂੰ ਜਿਹੜੀ ਆ ਮਦਦ ਭੇਜੀ ਜਾਵੇ, ਉਸੇ ਤਰੀਕੇ ਨਾਲ ਸਸਕੈਚੁਅਨ ਸੰਬੰਧੀ ਵੀ ਕੁਝ ਲੋਕਾਂ ਨੇ ਮਦਦ ਕੀਤੀ ਸੀ। ਸੋ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਮਦਦ ਭੇਜਣਗੇ, ਮਦਦ ਭੇਜਣ ਲਈ ਉਹ ਤਿਆਰ ਨੇ। ਸੋ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਵਾ ਉਹ ਤਾਂ ਅਲਬਰਟਾ ਵਿੱਚ ਵੀ ਲਾਗੂ ਹੋਣ ਜਾ ਰਿਹਾ, ਔਰ ਇਸ ਵਕਤ ਸਸਕੈਚੁਅਨ 'ਚ ਲਾਗੂ ਹੋਣ ਜਾ ਰਿਹਾ। ਪਰ ਫਿਰ ਵੀ ਕਿਉਂਕਿ ਇਹਨਾਂ ਸੂਬਿਆਂ ਨੇ ਕਾਫੀ ਪਹਿਲਾਂ ਜਿਹੜੀਆਂ ਹਦਾਇਤਾਂ ਸੀ ਹਟਾ ਦਿੱਤੀਆਂ ਸੀ, ਤੇ ਵੈਕਸੀਨੇਸ਼ਨ ਰੇਟ ਜਿਹੜਾ ਵਾ ਬਾਕੀ ਸੂਬਿਆਂ ਦੇ ਮੁਕਾਬਲੇ ਥੋੜਾ ਘੱਟ ਆ, ਇਸ ਕਰਕੇ ਹੁਣ ਇਸ ਤਰੀਕੇ ਦੇ ਹਾਲਾਤ ਦੇਖਣੇ ਪੈ ਰਹੇ ਆ। ਤੇ ਆਟਵਾ ਵੱਲੋਂ ਪਰ ਭਰੋਸਾ ਦਿੱਤਾ ਜਾ ਰਿਹਾ ਕਿ ਅਸੀਂ ਸਭ ਦੀ ਜਿਹੜੀ ਉਹ ਮਦਦ ਕਰਨ ਲਈ ਤਿਆਰ ਆ। ਜੀ ਸੋ ਮਨਦੀਪ ਜੀ, ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ। ਵੈਸੇ ਤਾਂ ਮੌਜੂਦਾ ਸਮੇਂ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ, ਪਰ ਫਾਈਜ਼ਰ ਵੱਲੋਂ ਜੋ ਦਾਅਵਾ ਕੀਤਾ ਗਿਆ ਸੀ, ਕਹਿੰਦੇ ਜਿਹੜਾ ਕਲੀਨਿਕਲ ਟ੍ਰਾਇਲ ਅਸੀਂ ਕਰਵਾਇਆ ਉਹਦੇ ਵਿੱਚ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਵੈਕਸੀਨ ਸੁਰੱਖਿਅਤ ਪਾਈ ਗਈ ਹੈ। ਯੂਐਸ ਨੂੰ ਡਾਟਾ ਭੇਜ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਅਪਰੂਵਲ ਦਿੱਤਾ ਜਾ ਸਕਦਾ ਹੈ ਐਮਰਜੈਂਸੀ ਯੂਜ਼ ਦੇ ਲਈ। ਅਮਰੀਕਾ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹੈਲੋਵਿਨ ਦੇ ਨੇੜੇ ਬੱਚਿਆਂ ਨੂੰ ਜਿਹੜਾ ਇਹ ਟੀਕਾ ਲੱਗ ਸਕਦਾ ਹੈ, ਪਰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਅਜੇ ਕੋਈ ਵਿਚਾਰ ਨਹੀਂ ਹੋ ਰਹੀ। ਸੋ ਕੀ ਲੱਗਦਾ ਹੈ ਕਿ ਬੱਚਿਆਂ ਦੇ ਜਦੋਂ ਵੈਕਸੀਨ ਲੱਗੇਗੀ ਤਾਂ ਇਸ ਦਾ ਕਿੰਨਾ ਕੁ ਹੋਰ ਜ਼ਿਆਦਾ ਪ੍ਰਭਾਵ ਨਜ਼ਰ ਆਏਗਾ? ਬਿਲਕੁਲ, ਕਿਉਂਕਿ ਜਿਹੜਾ ਹੁਣ ਤਿਉਹਾਰ ਹੋ ਰਿਹਾ ਆ ਰਿਹਾ ਹੈਲੋਵੀਨ, ਜਿੱਦਾਂ ਇਹ ਕਹਿ ਸਕਦੇ ਹਾਂ ਕਿ ਆਪਣਾ ਦੀਵਾਲੀ ਦਾ ਤਿਉਹਾਰ ਵਰਗਾ ਆ, ਪਰ ਇਹ ਦੀਵਾਲੀ ਤੇ ਲੋਹੜੀ ਨੂੰ ਮਿਕਸ ਕਰ ਸਕਦੇ ਆ, ਕਿਉਂਕਿ ਜਿਸ ਤਰੀਕੇ ਨਾਲ ਲੋਹੜੀ ਤੇ ਘਰ ਘਰ ਬੱਚੇ ਜਾਂਦੇ ਨੇ, ਇੱਥੇ ਵੀ ਹੈਲੋਵੀਨ ਤੇ ਇਸ ਤਰੀਕੇ ਨਾਲ ਜਾਂਦੇ ਨੇ ਚਾਕਲੇਟਸ ਵਗੈਰਾ ਲੈਣ। ਸੋ ਇਹ ਆ ਕਿ ਉਸ ਦੌਰਾਨ ਐਕਸਪੋਜ਼ਰ ਦਾ ਖਤਰਾ ਵੱਧ ਜਾਂਦਾ ਆ। ਔਰ ਖਾਸ ਕਰਕੇ ਜੇ ਅਸੀਂ ਅਲਬਰਟਾ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਉਹ ਕੋਵਿਡ ਇਸ ਵਕਤ ਫੈਲਿਆ ਹੋਇਆ, 10% ਕਿਹਾ ਸਕੂਲਾਂ ਵਿੱਚ ਕੋਵਿਡ ਦੇ ਕੇਸ ਆ ਰਹੇ ਨੇ। ਸੋ ਕੈਨੇਡਾ ਵੱਲੋਂ ਵੀ ਹੈਲਥ ਕੈਨੇਡਾ ਥੋੜਾ ਜਿਹਾ ਜਦੋਂ ਅਪਰੂਵਲ ਦੇਵੇਗਾ, ਇਸ ਸੰਬੰਧੀ ਰਿਸਰਚ ਜਾਂਚ ਜਿਹੜੀ ਚੱਲ ਰਹੀ ਆ, ਅਮਰੀਕਾ ਦੇ ਵਿੱਚ ਲੱਗਣੇ ਸ਼ੁਰੂ ਹੋ ਜਾਣੇ ਨੇ ਬੱਚਿਆਂ ਦੇ। ਔਰ ਪਰ ਬੱਚਿਆਂ ਦਾ ਕਿਉਂਕਿ ਥੋੜਾ ਜਿਹਾ ਸੈਂਸਿਟਿਵ ਹੁੰਦਾ ਆ, ਸੋ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਇਹਤਿਆਤ ਜਿਹੜਾ ਉਹ ਰੱਖਿਆ ਜਾ ਰਿਹਾ। ਪਰ ਲੱਗਦਾ ਹੈ ਕਿ ਜੇਕਰ ਅਮਰੀਕਾ ਦੇ ਵਿੱਚ ਇਹ ਪੂਰਾ ਹੋ ਗਿਆ ਪ੍ਰੋਸੈਸ ਤੇ ਉੱਥੇ ਜਿਹੜੀ ਆ ਹਰੀ ਝੰਡੀ ਦੇ ਦਿੱਤੀ ਗਈ ਆ, ਤਾਂ ਕੈਨੇਡਾ 'ਚ ਵੀ ਹੋ ਸਕਦਾ ਕਿ ਹੋ ਜਾਵੇਗਾ, ਕਿਉਂਕਿ ਅਸੀਂ ਬੂਸਟਰ ਸ਼ਾਟ ਦੇ ਮਾਮਲੇ 'ਚ ਵੀ ਦੇਖਿਆ ਸੀ ਕਿ ਪਹਿਲਾਂ ਅਮਰੀਕਾ ਦੇ ਵਿੱਚ ਹੀ ਇਹਦਾ ਐਲਾਨ ਹੋਇਆ ਸੀ, ਉਸ ਤੋਂ ਬਾਅਦ ਫਿਰ ਜਦੋਂ ਕੈਨੇਡਾ ਤੱਕ ਗੱਲ ਆਈ ਤਾਂ ਕੈਨੇਡਾ ਨੇ ਵੀ ਜਿਹੜਾ ਸੀ ਉਹ ਬੂਸਟਰ ਸ਼ਾਟ ਦੇ ਜਿਹੜੇ ਕਈ ਥਾਵਾਂ ਜਿਵੇਂ BC ਦੇ ਵਿੱਚ ਕੇਅਰ ਹੋਮਸ ਦੇ ਵਿੱਚ ਜਿਹੜੇ ਬੂਸਟਰ ਸ਼ਾਟ ਜਿਹੜੇ ਉਹ ਲੱਗਣਗੇ। ਸੋ ਬੱਚਿਆਂ ਨੂੰ ਵੀ ਬਚਾਉਣ ਲਈ, ਇਸ ਖਤਰੇ ਤੋਂ ਕੱਢਣ ਲਈ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹਦੇ ਸੰਬੰਧੀ ਜਿਹੜਾ ਸੀ ਉਹ ਵੈਕਸੀਨ ਕੰਪਨੀਆਂ ਥੋੜਾ ਜ਼ਿਆਦਾ ਰਿਸਰਚ ਕਰ ਰਹੀਆਂ ਸੀ। ਹੁਣ ਡਾਟਾ ਜਿਹੜਾ ਉੱਥੇ ਭੇਜਿਆ ਗਿਆ ਵਾ ਉਹ ਇੱਥੇ ਹੈਲਥ ਕੈਨੇਡਾ ਨੂੰ ਵੀ ਭੇਜਿਆ ਜਾਵੇਗਾ ਕਿ ਇਸ ਤਰੀਕੇ ਨਾਲ ਜਿਹੜਾ ਇਹਦਾ ਅਸਰ ਸਾਹਮਣੇ ਆਇਆ ਜੋ ਟ੍ਰਾਇਲ ਚੱਲੇ ਨੇ। ਸੋ ਦੇਖਦੇ ਹਾਂ ਕਿ ਹੈਲਥ ਕੈਨੇਡਾ ਕੀ ਫੈਸਲਾ ਲੈਂਦਾ ਆ, ਔਰ ਜੋ ਹੈਲਥ ਕੈਨੇਡਾ ਫਿਰ ਫੈਸਲਾ ਲਵੇਗਾ ਉਸ ਤੋਂ ਬਾਅਦ ਫਿਰ ਉਹ ਕੈਨੇਡਾ ਦੇ ਵਿੱਚ ਲਾਗੂ ਹੋ ਜਾਵੇਗਾ। ਜੀ ਬਿਲਕੁਲ। ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ, ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬਾਕੀ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।